ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੁਬਾਰੇ ਭਰਾਵੋ ਤੁਹਾਡੇ ਨਾਲ ਇੱਕ ਵਾਰੀ ਫਿਰ ਗੱਲ ਕਰਨਾ ਹੈ। ਬੜੀ ਜ਼ਰੂਰੀ ਅਤੇ ਮਹੱਤਵਪੂਰਨ ਗੱਲ ਹੈ ਕਿ ਪਿੱਛੋਂ ਇੱਕ ਮੇਰੇ ਦੋਸਤ ਦਾ ਫੋਨ ਆਇਆ, ਉਹਨਾਂ ਦੀਆਂ ਟਰਾਲੀਆਂ ਪਿੱਛੇ ਖੜੀਆਂ। ਉਹ ਕਹਿੰਦਾ ਬਾਈ ਪਿੱਛੇ ਇੱਕ ਝੰਡੇ ਜਿਹੇ ਵਾਲਾ ਆਇਆ ਅਤੇ ਅਫਵਾਹ ਹੀ ਫੈਲਾਈ ਉਹਨੇ, ਬੋਲ ਕੇ ਭੱਜ ਗਿਆ ਕਿ ਦੰਗੇ ਹੋ ਗਏ, ਦੰਗੇ ਹੋ ਗਏ, ਫੌਜ ਆ ਗਈ, ਫੌਜ ਆ ਗਈ, ਐਂ ਕਹਿ ਕੇ ਭੱਜ ਗਿਆ। ਕਹਿੰਦਾ ਉਦੋਂ ਬਾਅਦ ਜਿਹੜਾ ਟਰਾਲੀਆਂ 'ਚ ਪਏ ਸੀਗੇ ਉਹਨਾਂ 'ਚ ਥੋੜ੍ਹੀ ਜਿਹੀ ਹਲਚਲ ਮੱਚ ਗਈ ਵੀ ਪਤਾ ਨਹੀਂ ਕੀ ਹੋ ਗਿਆ। ਸੋ ਮੈਂ ਮੇਰੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਅਸੀਂ ਤੁਰੇ ਹੀ ਫਿਰਦੇ ਹਾਂ ਸਾਰੇ ਇੱਥੇ ਰਾਤ ਨੂੰ, ਕੋਈ ਕਿਸੇ ਪ੍ਰਕਾਰ ਦੀ ਗੱਲ ਨਹੀਂ, ਕੋਈ ਡਰਨ ਦੀ, ਕੋਈ ਘਬਰਾਉਣ ਦੀ ਮੇਰਾ ਵੀ ਲੋੜ ਨਹੀਂ, ਇਹੋ ਜਿਹੀਆਂ ਅਫਵਾਹਾਂ 'ਚ ਆਉਣ ਦੀ ਲੋੜ ਨਹੀਂ। ਰਾਤ ਨੂੰ ਵੈਸੇ ਉਹ ਮੁੰਡੇ ਪਹਿਰਾ ਦੇ ਵੀ ਰਹੇ ਆ, ਤਾਂ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਆਪੋ ਆਪਣੀਆਂ ਟਰਾਲੀਆਂ ਦੇ ਆਲੇ ਦੁਆਲੇ ਪਹਿਰਾ ਦਿਓ ਮੇਰਾ ਵੀਰ। ਤਾਂ ਮੈਂ ਇਸ ਕਰਕੇ ਕਹਿਣਾ ਕਿ ਦੇਖਿਓ ਕਿਤੇ ਮੇਰਾ ਵੀਰ ਇਸ ਤਰ੍ਹਾਂ ਮਾੜੀਆਂ ਮੋਟੀਆਂ ਅਫਵਾਹਾਂ 'ਚ ਆ ਕੇ ਸਰਕਾਰ ਚਾਹੁੰਦੀ ਆ ਕਿ ਹੁਣ ਇਹ ਆ ਮਾਹੌਲ ਜਿਹਾ ਬਣਿਆ ਹੋਇਆ ਅਤੇ ਇਹਨਾਂ ਲੋਕਾਂ ਨੂੰ ਅਫਵਾਹਾਂ ਦਾ ਬਾਜ਼ਾਰ ਕਰਕੇ ਗਰਮ ਪੂਰਾ। ਅਤੇ ਜਿਵੇਂ ਇੱਥੇ ਸਰਕਾਰ ਦੇ ਦੇਖੋ ਢੰਗ ਹੁੰਦੇ, ਟੈਕਟ ਹੁੰਦੇ ਨੇ, ਤਰੀਕੇ ਹੁੰਦੇ ਨੇ, ਇਹ ਕਿ ਲੋਕਾਂ ਨੂੰ ਹੁਣ ਵਧੀਆ ਗੱਲ ਹੈ ਕਿ ਲੋਕਾਂ ਨੂੰ ਡਰਾ ਦਿਓ, ਉਹ ਇੰਨੀਆਂ ਬਟਾਲੀਅਨਾਂ ਬੁਲਾ ਲਈਆਂ ਜੀ, ਇੰਨਾ ਆਹ ਕਰਤਾ ਜੀ, ਉਹ ਕਰਤਾ ਜੀ। ਅਤੇ ਮੇਰਾ ਵੀਰ ਦੇਖਿਓ ਸਾਰੀ ਉਮਰ ਦਾ ਕਲੰਕ ਨਾ ਆਪਾਂ ਮੱਥੇ 'ਚ ਲੈ ਕੇ ਵਗ ਜਾਈਏ, ਲਵਾ ਕੇ ਵਗ ਜਾਈਏ ਕਿਤੇ, ਨਹੀਂ ਮੁੜ ਕੇ ਆਉਣ ਵਾਲੀਆਂ ਨਸਲਾਂ ਦੇ ਮੂਹਰੇ ਅਸੀਂ ਆਪਣੀ ਅੱਖ ਚੱਕ ਕੇ ਚੱਲ ਸਕਾਂਗੇ ਕਿ ਅਸੀਂ ਕੀ ਖੱਟ ਕੇ ਆਏ ਸੀ ਉੱਥੋਂ। ਸੋ ਵਾਰ ਤੁਹਾਨੂੰ ਬੇਨਤੀਆਂ ਕਰਦਾ ਬਾਈ, ਜਿੱਤ ਕੇ ਜਾਵਾਂਗੇ, ਸੰਘਰਸ਼ ਜਿੱਤ ਕੇ ਜਾਵਾਂਗੇ, ਜੋ ਮਰਜ਼ੀ ਹੋ ਜਾਏ ਯਾਰ, ਕੋਈ ਗੱਲ ਨਹੀਂ, ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ। ਮੈਂ ਪਹਿਲਾਂ ਵੀ ਤੁਹਾਨੂੰ ਬੋਲ ਕੇ ਆ ਕੇ ਦੱਸ ਕੇ ਗਿਆ ਸੀ ਕਿ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ, ਦੌਰ ਉਤਰਾਅ ਚੜ੍ਹਾਅ। ਜਦੋਂ ਜੰਗ ਦੇ ਮੈਦਾਨ 'ਚ ਹੁੰਦੇ ਹਾਂ, ਜਦੋਂ ਸੰਘਰਸ਼ ਦੇ ਮੈਦਾਨ 'ਚ ਹੁੰਦੇ ਹਾਂ, ਜਦੋਂ ਕੋਈ ਹੱਕਾਂ ਲਈ ਜੂਝ ਰਹੇ ਹੁੰਦੇ ਹਾਂ, ਤਾਂ ਉਦੋਂ ਬੜਾ ਕੁਛ ਹੁੰਦਾ, ਬਹੁਤ ਇਸ ਤਰ੍ਹਾਂ ਦੀਆਂ ਆਉਂਦੀਆਂ ਰਹਿੰਦੀਆਂ ਨੇ ਗੱਲਾਂ ਬਾਤਾਂ। ਤਾਂ ਮੇਰਾ ਵੀਰ ਇਸ ਕਰਕੇ ਤੁਹਾਨੂੰ ਬੇਨਤੀ ਕਰਦਾ ਕਿ ਕਿਸੇ ਪ੍ਰਕਾਰ ਦੀ ਅਫਵਾਹ 'ਚ ਨਹੀਂ ਆਉਣ ਦੀ ਲੋੜ ਹੈਗੀ। ਬਸ ਚੜ੍ਹਦੀ ਕਲਾ ਅਤੇ ਬੁਲੰਦ ਹੌਸਲੇ 'ਚ ਰਹੋ ਅਤੇ ਓਟ ਆਸਰਾ ਉਸ ਵਾਹਿਗੁਰੂ, ਉਸ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀਆਂ ਕਰਕੇ ਉਹਦਾ ਓਟ ਆਸਰਾ ਤੱਕੀਏ ਅਤੇ ਉਹਨਾਂ ਦੇ ਜੀਵਨ ਨੂੰ ਅਸੀਂ ਜ਼ਰੂਰ ਇੱਕ ਵਾਰੀ ਪੜ੍ਹ ਲਈਏ, ਉਹਨੂੰ ਯਾਦ ਕਰ ਲਈਏ ਉਹਨਾਂ ਨੂੰ ਕਿ ਉਹਨਾਂ ਦੇ ਕਿੰਨੀਆਂ ਮੁਸੀਬਤਾਂ, ਸੰਕਟ, ਕਸ਼ਟ ਆਏ, ਕਿੰਨਾ ਕਸ਼ਟਾਂ ਦੇ ਵਿੱਚੋਂ ਸਾਡੇ ਲੋਕ ਵੱਡ ਵਡੇਰੇ ਵੀ ਲੰਘੇ ਨੇ। ਪਰ ਉਹ ਇਨਸਾਨ ਉਹੀ ਹੁੰਦਾ ਜਿਹੜਾ ਮੁਸ਼ਕਿਲ ਦੌਰ ਦੇ ਵਿੱਚ, ਮੁਸ਼ਕਿਲ ਹਾਲਾਤਾਂ ਦੇ ਵਿੱਚ ਆਪਣੇ ਹੌਸਲੇ ਨਹੀਂ ਹਾਰਦਾ। ਇਹੀ ਅਸਲ ਇਨਸਾਨ ਦੀ ਪਰਖ ਦੀ ਘੜੀ ਹੁੰਦੀ ਆ। ਇੱਥੇ ਪਤਾ ਲੱਗਦਾ ਇਨਸਾਨ ਦਾ ਕਿ ਵਾਕਈ ਇਕੱਲੀਆਂ ਉਹ ਠੀਕ ਹੈ ਗੀਤ ਗੂਤ ਸੁਣ ਕੇ ਜਾਂ ਗੱਲਾਂ ਬਾਤਾਂ ਕਰਕੇ ਕਈ ਵਾਰੀ ਹੁੰਦਾ ਕਿ ਬੰਦਾ ਕਹਿ ਦੇ ਕਿ ਮੈਂ ਬਹੁਤ ਘੈਂਟ ਆ। ਨਹੀਂ, ਇਹ ਆ ਅਸਲ ਅੱਜ ਪਰਖ ਦੀ ਘੜੀ ਆ ਤੁਹਾਡੀ। ਪੰਜਾਬ ਵਾਲਿਓ ਦੇਖਿਓ ਕਿਤੇ ਆਪਣੇ ਗੁਰੂਆਂ ਨੂੰ, ਆਪਣੇ ਸ਼ਹੀਦਾਂ ਨੂੰ, ਉਹਨਾਂ ਦੀਆਂ ਕੁਰਬਾਨੀਆਂ ਨੂੰ ਆਪਾਂ ਦਾਗ ਲਾ ਜਾਈਏ। ਅੱਜ ਮੈਂ ਫਿਰ ਕਹਿਣਾ ਪੂਰੀ ਦੁਨੀਆ ਤੁਹਾਡੇ ਵੱਲ ਦੇਖ ਰਹੀ ਹੈ, ਪੂਰੀ ਦੁਨੀਆ ਤੁਹਾਡੇ ਵੱਲ ਦੇਖ ਰਹੀ ਹੈ, ਪੂਰਾ ਭਾਰਤ ਤੁਹਾਡੇ ਵੱਲ ਦੇਖ ਰਿਹਾ। ਅੱਜ ਦਿੱਲੀ ਗਏ ਆ ਨਾ ਜਦੋਂ, ਅਤੇ ਤੁਸੀਂ ਦੇਖਿਆ ਹੋਣਾ ਕਿ ਕਿਵੇਂ ਫੁੱਲਾਂ ਦੀ ਵਰਖਾ, ਦਿੱਲੀ ਵਾਲੇ ਲੋਕ ਪੁਲਾਂ 'ਤੇ ਖੜ੍ਹ ਕੇ, ਆਲੇ ਦੁਆਲੇ ਖੜ੍ਹ ਕੇ ਸੜਕਾਂ ਦੇ ਤੁਹਾਡੇ 'ਤੇ ਕਿਵੇਂ ਫੁੱਲਾਂ ਦੀ ਵਰਖਾ ਕਰਦੇ ਸੀ, ਕਿਵੇਂ ਹੌਸਲੇ ਨਾਲ ਤੁਹਾਡੇ ਨਾਅਰਿਆਂ ਦੇ ਨਾਲ ਨਾਅਰੇ ਮਾਰਦੇ ਸੀ। ਇਹ ਹੁੰਦਾ ਕੋਈ ਗੱਲ ਨਹੀਂ ਯਾਰ, ਐਡੀ ਕਿਹੜੀ ਨਮੋਸ਼ੀ ਵਾਲੀ ਗੱਲ ਅਸੀਂ ਮੰਨੀ ਬੈਠੇ ਹਾਂ, ਕੀ ਆ ਇਹ, ਕੋਈ ਗੱਲ ਨਹੀਂ, ਬੜਾ ਕੁਛ ਹਲੇ ਇਹ ਹੀ ਹੁੰਦਾ ਸੰਘਰਸ਼ਾਂ ਦੇ ਵਿੱਚ ਬੜਾ ਕੁਛ ਦੇਖਣ ਨੂੰ ਮਿਲਦਾ ਹੁੰਦਾ, ਕਿਉਂਕਿ ਐਡਾ ਵੱਡਾ ਸੰਘਰਸ਼ ਅਸੀਂ ਪਹਿਲੀ ਵਾਰੀ ਦੇਖ ਰਹੇ ਹਾਂ। ਅਤੇ ਜੇ ਉਹਦਾ ਤੁਸੀਂ ਮੰਨਦੇ ਹੋ ਕਿ ਜੋ ਪ੍ਰਮਾਤਮਾ ਕਰਦਾ, ਅਸੀਂ ਵਾਰ ਇਹੀ ਗੱਲਾਂ ਕਰਦੇ ਸੀ ਨਾ ਕਿ ਪ੍ਰਮਾਤਮਾ ਸਾਡੇ ਲਈ ਕੁਛ ਚੰਗਾ ਚਾਹੁੰਦਾ ਹੈ। ਜੇ ਚੰਗਾ ਚਾਹੁੰਦਾ ਤਾਂ ਸਾਨੂੰ ਪੰਜਾਬ ਦੀਆਂ ਹੱਦਾਂ ਤੋਂ ਦਿੱਲੀ ਲਿਆ ਕੇ ਬਿਠਾਤਾ। ਤਾਂ ਇਸ ਕਰਕੇ ਮੇਰਾ ਵੀਰ ਹੁਣ ਓਟ ਆਸਰਾ ਵੀ ਉਸ ਵਾਹਿਗੁਰੂ ਦਾ ਹੀ ਹੈ, ਅਤੇ ਬੰਦਾ ਜਦੋਂ ਮੁਸੀਬਤ 'ਚ ਹੁੰਦਾ ਤਾਂ ਓਟ ਆਸਰਾ ਵੀ ਉਹਦਾ ਪ੍ਰਮਾਤਮਾ ਦਾ ਹੀ ਚਾਹੀਦਾ ਹੁੰਦਾ। ਸੋ ਉਹੀ ਸਾਡਾ ਆਸਰਾ ਬਣਨਾ ਅਤੇ ਉਹੀ ਸਾਡਾ ਭਰੋਸਾ ਬਣਨਾ। ਕਿਸੇ ਪ੍ਰਕਾਰ ਦੀ ਕੋਈ ਅਫਵਾਹ 'ਚ ਆਉਣ ਦੀ ਲੋੜ ਨਹੀਂ, ਕੁਛ ਵੀ ਨਹੀਂ ਹੋ ਰਿਹਾ ਇੱਥੇ, ਕਿਸੇ ਪ੍ਰਕਾਰ ਦੀ ਕੋਈ ਗੱਲਬਾਤ ਨਹੀਂ। ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੋਰ ਬਥੇਰੀਆਂ ਅਫਵਾਹਾਂ ਉੱਡਣ, ਬਥੇਰੇ ਰੌਲੇ ਕੋਲੇ, ਐਂ ਨਾ ਕਰ ਦਿਓ, ਐਂ ਨਾ ਕਰਦੇ, ਸਰਕਾਰ ਉਹ ਕਰ ਦੂ, ਵਾਹ ਕਰ ਦੂ। ਕੋਈ ਗੱਲ ਨਹੀਂ ਯਾਰ, ਬੈਠੇ ਆ, ਸਰਕਾਰ ਜਾ ਕੇ ਮਾਰ ਦੂ ਤਾਂ ਮਾਰ ਦੇ, ਆਪਦੇ ਹੱਕਾਂ ਲਈ ਬੈਠੇ ਆ।
ਆਪਦੀਆਂ ਜ਼ਮੀਨਾਂ, ਆਪਣੀਆਂ ਨਸਲਾਂ, ਆਪਣੀਆਂ ਫਸਲਾਂ ਬਚਾਉਣ ਲਈ ਬੈਠੇ ਹਾਂ। ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਮੇਰਾ ਵੀਰ ਕਿ ਸਮਾਂ, ਮੌਕੇ ਬਾਰ-ਬਾਰ ਨਹੀਂ ਆਉਂਦੇ ਹੁੰਦੇ। ਮਸਾਂ ਪੰਜਾਬ ਵਾਲਿਓ, ਮਸਾਂ ਮੈਨੂੰ ਤਾਂ ਇਹੀ ਲੱਗੀ ਜਾਂਦਾ ਕਿ ਮਸਾਂ ਪੰਜਾਬ ਜੁੜਿਆ, ਮਸਾਂ ਪੰਜਾਬ ਉੱਠਿਆ, ਮਸਾਂ ਪੰਜਾਬ ਨੇ ਪੂਰਾ ਭਾਰਤ ਜਗਾਤਾ। ਅੱਜ ਉੱਥੇ ਦਿੱਲੀ ਦੇ ਵਿੱਚ ਵੀ ਅਸੀਂ ਮਿਲੇ ਲੋਕਾਂ ਨੂੰ, ਉਹ ਵੀ ਕਹਿੰਦੇ ਸੀ ਕਿ ਬਾਈ ਤੁਹਾਡੇ ਤੋਂ ਬੜਾ ਯਾਰ ਮਤਲਬ ਕਿ ਇੱਕ ਸਾਨੂੰ ਵੀ ਹੌਸਲਾ ਜਿਹਾ ਮਿਲਦਾ ਹੈ। ਸੋ ਮੇਰਾ ਵੀਰ, ਕਿਸੇ ਪ੍ਰਕਾਰ ਦੀ ਅਫਵਾਹ 'ਚ ਨਹੀਂ ਆਉਣਾ ਆਪਾਂ, ਕਿਸੇ ਪ੍ਰਕਾਰ ਦੇ ਆਪਾਂ ਡਰ ਵਹਿਮ 'ਚ ਨਹੀਂ ਰਹਿਣਾ। ਅਤੇ ਭਰਾ ਬਣ ਕੇ ਆਹੀ ਬੇਨਤੀਆਂ ਨੇ, ਰਾਤ ਨੂੰ ਪੂਰੇ ਚੁਕੰਨੇ ਹੋ ਕੇ ਪਹਿਰੇ ਦਿਓ ਅਤੇ ਡਟੇ ਰਹੋ। ਕੱਲ੍ਹ ਨੂੰ ਆਪਾਂ ਗੱਲਾਂ ਬਾਤਾਂ ਫਿਰ ਦੁਬਾਰੇ ਤੁਹਾਨੂੰ ਮਿਲ ਕੇ ਆਪਾਂ ਸਾਂਝੀਆਂ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਚਾਰ ਗੱਲਾਂ ਕਰਨੀਆਂ ਸੀ। ਮੇਰੇ ਖਿਲਾਫ ਬੜਾ ਪ੍ਰਚਾਰ ਹੋ ਰਿਹਾ, ਮੇਰੇ ਖਿਲਾਫ ਸਾਰੀ ਸਾਡਾ ਜਿਹੜਾ ਸੰਘਰਸ਼ੀ ਲੋਕ ਵੀ ਆ ਤੇ ਸਾਡਾ ਆਵਾਮ ਆ, ਉਹ ਇਹ ਪ੍ਰਚਾਰ ਕਰ ਰਿਹਾ ਵੀ ਦੇਖੋ ਦੀਪ ਨੇ ਇਹ ਅੰਦੋਲਨ ਖਰਾਬ ਕਰਤਾ, ਦੀਪ ਨੇ ਲੋਕਾਂ ਨੂੰ ਭੜਕਾਇਆ। ਪਹਿਲੀ ਗੱਲ ਤਾਂ ਆਪਾਂ ਕੱਲ ਰਾਤ ਤੋਂ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਸੀ, ਕੱਲ ਰਾਤ ਤੋਂ ਸੀਕੁਐਂਸ ਆਫ ਇਵੈਂਟ ਜੋ ਹੋ ਰਹੇ ਸੀ ਮੋਰਚੇ 'ਚ, ਉਹਨੂੰ ਸਮਝਦੇ ਆ। ਪਹਿਲਾਂ ਸਾਡੇ ਪੰਧੇਰ ਸਾਹਿਬ ਤੇ ਪੰਨੂ ਸਾਹਿਬ ਨੇ ਇਹ ਗੱਲ ਮੋਰਚੇ ਦੀ ਸਟੇਜ ਤੋਂ ਆਖੀ ਵੀ ਅਸੀਂ ਪੁਲਿਸ ਵਾਲੇ ਦਿੱਤੇ ਹੋਏ ਰੂਟ ਤੋਂ ਆਪਦਾ ਮਾਰਚ ਨਹੀਂ ਕੱਢਾਂਗੇ, ਰੋਸ ਮਾਰਚ ਨਹੀਂ ਕੱਢਾਂਗੇ, ਅਸੀਂ ਦਿੱਲੀ ਦੇ ਅੰਦਰ ਜਾਵਾਂਗੇ। ਹੁਣ ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ 'ਚ ਇੱਕ ਆਮ ਸਹਿਮਤੀ ਹੋਈ, ਆਗੂਆਂ 'ਚ ਆਪਸੀ ਸਹਿਮਤੀ ਇਹ ਹੋਈ ਵੀ ਉਹਨਾਂ ਨੇ ਆਪਦਾ ਜੋ ਰੂਟ ਪਹਿਲਾਂ ਤੈਅ ਕੀਤਾ ਸੀ ਵੀ ਰਿੰਗ ਰੋਡ ਤੇ ਜਾਣਾ, ਉਹਨੂੰ ਚੇਂਜ ਕਰਕੇ ਪੁਲਿਸ ਵੱਲੋਂ ਦਿੱਤੇ ਹੋਏ ਰੂਟ ਤੇ ਸਹਿਮਤੀ ਜਤਾਈ। ਉਸ ਵੇਲੇ ਵੀ ਤੁਸੀਂ ਮੇਰੇ ਸਾਰੇ ਵੀਡੀਓ ਦੇਖ ਲਓ, ਉਹਦੇ 'ਚ ਇਹ ਗੱਲ ਕਹੀ ਗਈ ਆ ਵੀ ਇੱਕ ਸਾਂਝਾ ਫੈਸਲਾ ਲੈ ਲਓ, ਕਿਉਂਕਿ ਸੰਗਤ ਦਾ ਜਿਹੜਾ ਰੌਂ ਆ, ਸੰਗਤ 'ਚ ਜਿਹੜਾ ਇਸ ਟਾਈਮ ਸੰਗਤ ਦਾ ਫੈਸਲਾ ਕੁਝ ਹੋਰ ਆ, ਸੰਗਤ ਦੇ ਜਜ਼ਬਾਤ ਆ ਜਿਹੜੇ ਕੁਝ ਹੋਰ ਆ, ਪਰ ਜੋ ਸਾਡੇ ਆਗੂ ਸਹਿਬਾਨ ਤੈਅ ਕਰੀ ਪਏ ਆ ਉਹ ਕੁਝ ਹੋਰ ਆ। ਸੋ ਇਸ ਕਰਕੇ ਕੱਲ ਰਾਤ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਉੱਥੇ ਨੌਜਵਾਨਾਂ ਨੇ ਬਹੁਤ ਜ਼ਿਆਦਾ ਆਪਦੇ ਜੋਸ਼ ਨਾਲ ਤੇ ਇਹ ਕਹਿ ਲਓ ਨਾਲ ਹੋਸ਼ ਨਾਲ ਵੀ ਆਪਦਾ ਰੋਸ ਪ੍ਰਗਟ ਕੀਤਾ ਵੀ ਅਸੀਂ ਦਿੱਲੀ ਦੇ ਅੰਦਰ ਜਾਣਾ ਤੇ ਅਸੀਂ ਜੋ ਪ੍ਰੋਗਰਾਮ ਤੁਸੀਂ ਜਿਹੜੇ ਰੂਟ ਦਾ ਦੇ ਰਹੇ ਹੋ, ਜੋ ਸਰਕਾਰ ਨੇ ਦਿੱਤਾ ਜਾਂ ਪੁਲਿਸ ਨੇ ਦਿੱਤਾ, ਉੱਥੇ ਰੋਸ ਮਾਰਚ ਨਹੀਂ ਕਰਨਾ। ਇਹ ਗੱਲ ਜਦੋਂ ਅਸੀਂ ਸਟੇਜ ਤੋਂ ਉਹ ਮੌਕਾ ਵੀ ਸੰਭਾਲਿਆ ਤੇ ਕਿਸਾਨ ਆਗੂਆਂ ਨਾਲ ਸ਼ੇਅਰ ਕੀਤੀ ਵੀ ਆਪਾਂ ਬੈਠ ਕੇ ਇੱਕ ਸਾਂਝਾ ਫੈਸਲਾ ਲਈਏ, ਤੇ ਇਸ ਗੱਲ ਨੂੰ ਇਗਨੋਰ ਕੀਤਾ ਗਿਆ। ਪਬਲਿਕ ਸੈਂਟੀਮੈਂਟ ਨੂੰ ਜਾਂ ਲੋਕਾਂ ਦੇ ਜੈਨੂਇਨ ਸੈਂਟੀਮੈਂਟ ਨੂੰ ਇਗਨੋਰ ਕੀਤਾ ਗਿਆ ਤੇ ਇਹ ਗੱਲ ਕਹੀ ਗਈ ਜੋ ਅਸੀਂ ਕਵਾਂਗੇ ਅਸੀਂ ਉਹੀ ਕਰਾਂਗੇ ਹੁਣ। ਸੋ ਔਰ ਸੰਗਤ ਨੂੰ ਵੀ ਉਹੀ ਕਰਨਾ ਪਊਗਾ। ਇਸ ਤੋਂ ਬਾਅਦ ਅਗਲੀ ਗੱਲ ਜਦੋਂ ਇਹ ਹੋਈ ਵੀ ਸਵੇਰੇ ਪੰਧੇਰ ਸਾਹਿਬ ਤੇ ਪੰਨੂ ਸਾਹਿਬ ਅੱਗੇ ਲੱਗੇ, ਉਹਨਾਂ ਦੇ ਟਰੈਕਟਰ ਤੇ ਉਹਨਾਂ ਦੀ ਜਥੇਬੰਦੀ ਅੱਗੇ ਸੀ, ਤੇ ਫਿਰ ਸੰਗਤ ਨੇ ਆਪ ਮੁਹਾਰੇ। ਹੁਣ ਦੀਪ ਸਿੱਧੂ ਕਹਿੰਦੇ ਲੋਕਾਂ ਨੂੰ ਭੜਕਾ ਗਿਆ। ਤੁਸੀਂ ਇੱਕ ਗੱਲ ਸੋਚੋ ਵੀ ਲੱਖਾਂ ਲੋਕ ਕੱਲਾ ਦੀਪ ਸਿੱਧੂ ਭੜਕਾ ਗਿਆ। ਦੀਪ ਸਿੱਧੂ ਉਸ ਵਹਿਣ 'ਚ ਜਿਹੜਾ ਆਪ ਮੁਹਾਰੇ ਸੰਗਤ ਚਾਰੇ ਪਾਸਿਓਂ ਲਾਲ ਕਿਲੇ ਵੱਲ ਨੂੰ ਸਿੱਧੀ ਹੋ ਗਈ, ਤਾਂ ਦੀਪ ਸਿੱਧੂ ਵੀ ਉਹਨਾਂ 'ਚ ਇੱਕ ਸੀ। ਹੁਣ ਲੱਖਾਂ ਲੋਕ, ਤੁਸੀਂ ਇਹ ਵੀ ਦੇਖ ਲਓ ਵੀ ਜਿਹੜਾ ਜਥੇਬੰਦੀਆਂ ਨੇ ਰੂਟ ਦਿੱਤਾ ਸੀ ਉਸ ਰੂਟ ਤੇ ਕਿੰਨੇ ਕ ਸਾਡੀ ਸੰਗਤ ਗਈ, ਤੇ ਜਿਹੜਾ ਰੂਟ ਆਪ ਮੁਹਾਰੇ ਹੋ ਕੇ ਸੰਗਤ ਨੇ ਬਣਾ ਲਿਆ ਉਸ ਰੂਟ ਤੇ ਕਿੰਨੀ ਕ ਸੰਗਤ ਗਈ, ਇਹਨੂੰ ਮਾੜਾ ਜਿਹਾ ਦੇਖ ਲਓ। ਤੇ 4 ਮੋਰਚੇ ਤੋੜ ਕੇ 4 ਥਾਵਾਂ ਤੋਂ ਬੈਰੀਕੇਡਿੰਗ ਤੋੜ ਕੇ ਸੰਗਤ ਲਾਲ ਕਿਲੇ 'ਚ ਦਾਖਲ ਹੋਈ, ਲਾਲ ਕਿਲੇ 'ਚ ਪਹੁੰਚੀ। ਉੱਥੇ ਮੈਂ ਤਾਂ ਕੀ, ਉੱਥੇ ਜੋ ਸਾਡੀਆਂ ਰੂਹਾਂ ਸੀਗੀਆਂ ਉਹਨਾਂ 'ਚ ਜੋ ਇੱਕ ਵਹਿਣ ਸੀ, ਉਹ ਸਾਰੇ ਉਸ ਵਹਿਣ 'ਚ ਬਹਿ ਗਏ, ਤੇ ਅਸੀਂ ਕੋਈ ਵੀ ਪੋਸਟ ਤੋਂ ਝੰਡਾ ਨਹੀਂ ਲਾਹਿਆ। ਆਪਦਾ ਝੰਡਾ ਜਾ ਕੇ ਨਿਸ਼ਾਨ ਸਾਹਿਬ ਤੇ ਕਿਸਾਨ ਮਜ਼ਦੂਰ ਏਕਤਾ ਦਾ ਜਿਹੜਾ ਝੰਡਾ ਉੱਥੇ ਜਾ ਕੇ ਚੜਾਇਆ। ਸੋ ਅਸੀਂ ਹਮੇਸ਼ਾ ਹੀ ਜਿਹੜੇ ਐਡੇ ਵੱਡੇ ਸੰਘਰਸ਼ਾਂ ਦੇ ਵਹਿਣ ਹੁੰਦੇ ਆ ਨਾ, ਉਹਨੂੰ ਅਸੀਂ ਕਿਸੇ ਪਾਰਟਿਕੂਲਰ ਜਾਂ ਕਿਸੇ ਖਾਸ ਵਿਅਕਤੀਆਂ ਨਾਲ ਜੋੜ ਕੇ ਦੇਖਣ ਲੱਗ ਜਾਂਦੇ ਆ, ਇੱਥੇ ਹੀ ਗਲਤੀ ਕਰ ਜਾਂਦੇ ਆ। ਇਹ ਫਿਰ ਸਾਰੇ 5-10 ਲੱਖ ਲੋਕ 5 ਤੋਂ 10 ਲੱਖ ਲੋਕ, ਹੋ ਸਕਦਾ ਗਿਣਤੀ ਇਦੋਂ ਵੀ ਵੱਡੀ ਹੋਵੇ, ਉਹ ਸਾਰੇ ਹੀ ਕਲਪਰੇਟ ਹੋ ਗਏ, ਉਹ ਸਾਰੇ ਹੀ ਵਿਲਨ ਹੋ ਗਏ।
ਕਿ ਕੱਲਾ ਦੀਪ ਸਿੱਧੂ ਵਿਲਨ ਹੋ ਗਿਆ। ਤੁਸੀਂ ਇਹੀ ਪਹਿਲਾਂ ਇਤਿਹਾਸ 'ਚ ਅਸੀਂ ਗਲਤੀਆਂ ਕੀਤੀਆਂ, ਅਸੀਂ ਸੰਘਰਸ਼ਾਂ ਦੇ ਵਹਿਣ ਨੂੰ ਕਿਸੇ ਖਾਸ ਸ਼ਖਸੀਅਤ ਦੇ ਨਾਲ ਜੋੜ ਕੇ ਦੇਖਣ ਲੱਗ ਜਾਂਦੇ ਆ ਤੇ ਇੱਕ ਬੰਦੇ ਨੂੰ ਵਿਲਨ ਬਣਾ ਦਿੰਨੇ ਆ। ਨਹੀਂ, ਉੱਥੇ ਸਾਰੀ ਸੰਗਤ ਦਾ ਜਿਹੜਾ ਰੌਂ ਸੀ, ਸੰਗਤ ਦਾ ਫੈਸਲਾ ਸੀ, ਉਹ ਦਿੱਲੀ ਜਾਣ ਦਾ ਸੀ, ਦਿੱਲੀ ਐਂਟਰ ਹੋਣ ਦਾ ਸੀ। ਜਦੋਂ ਅਸੀਂ ਦਿੱਲੀ ਐਂਟਰ ਹੋਏ ਉਦੋਂ ਬਾਅਦ ਫਿਰ ਜਿਉਂ-ਜਿਉਂ ਰਸਤਾ ਬਣਦਾ ਗਿਆ ਤਿਉਂ-ਤਿਉਂ ਉਧਰ ਨੂੰ ਵਧਦੇ ਗਏ। ਜਦੋਂ ਮੈਂ ਲਾਲ ਕਿਲੇ ਪਹੁੰਚਿਆ ਮੇਰੇ ਖਿਆਲ 'ਚ ਉੱਥੇ ਘੱਟੋ ਘੱਟ ਲੱਖ ਬੰਦੇ ਤੋਂ ਵੱਧ ਇਕੱਠ ਆਲਰੇਡੀ ਸੀਗਾ। ਸੋ ਮੇਰੇ ਕਿਸੇ ਵੀਡੀਓ 'ਚ ਜਾਂ ਕਿਸੇ ਹੋਰ ਵੀਡੀਓ 'ਚ ਵੀ ਇਹ ਦਿਖਾ ਦਿਓ ਵੀ ਦੀਪ ਸਿੱਧੂ ਸਾਰੇ ਨੂੰ ਅੱਗੇ ਲੱਗ ਕੇ ਲਾਲ ਕਿਲਾ ਲੈ ਗਿਆ ਹੋਵੇ। ਮੈਂ ਚਲੋ ਸਾਡੇ ਲੋਕ ਤਾਂ ਭੋਲੇ ਆ, ਉਹਨਾਂ ਨੂੰ ਜੋ ਤੁਸੀਂ ਗੱਲ ਕਹੋਗੇ ਕਈ ਵਾਰੀ ਮੰਨ ਲੈਂਦੇ ਆ, ਪਰ ਜਿਹੜੇ ਸਾਡੇ ਇੰਟੈਲੈਕਚੁਅਲਸ ਵੀ ਆ, ਜਿਹੜੇ ਗੱਲਾਂ ਨੂੰ ਸਮਝਦੇ ਆ, ਉਹ ਵੀ ਇਹ ਗੱਲਾਂ ਕਰੀ ਜਾਂਦੇ ਆ। ਤਾਂ ਇਸ ਗੱਲ ਦਾ ਤਾਂ ਅਫਸੋਸ ਹੀ ਕੀਤਾ ਜਾ ਸਕਦਾ। ਮੈਂ ਮੋਰਚੇ ਤੋਂ ਜਾਂ ਸਾਡੇ ਕਿਸਾਨਾਂ ਦੇ ਜਿਹੜੇ ਸਾਡੇ ਹਿੱਤ ਆ ਉਹ ਤੋਂ ਵੱਡਾ ਨਹੀਂ ਆ। ਆਪਾਂ ਇੱਥੇ ਭੜਕਾਉਣ ਨਹੀਂ ਆਏ। ਹਮੇਸ਼ਾ ਜਦੋਂ ਇਤਿਹਾਸ 'ਚ ਕੋਈ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਉਸ ਵੇਲੇ ਇੱਕੋ ਹੀ ਗੱਲ ਕਹੀ ਜਾਂਦੀ ਆ, ਫਲਾਣੇ ਬੰਦੇ ਨੇ ਭੜਕਾਤਾ। ਨਹੀਂ, ਉਹ ਇੱਕ ਵਹਿਣ ਹੁੰਦਾ। ਉਸ ਵਹਿਣ 'ਚ ਹਰ ਕੋਈ ਵਹਿ ਜਾਂਦਾ, ਜਿਵੇਂ ਮੈਂ ਵਹਿ ਗਿਆ, ਜਿਵੇਂ ਬਾਕੀ ਸਾਡੇ 5 ਲੱਖ 10 ਲੱਖ ਲੋਕ ਵਹਿ ਗਏ। ਇੱਕ ਵਹਿਣ ਸੀ ਉਹ। ਸੋ ਉੱਥੇ ਕੋਈ ਵੀ ਹੁੰਦਾ ਉਹੀ ਕਰਦਾ ਜੋ ਅਸੀਂ ਕਰਨ ਗਏ ਸੀ। ਤੇ ਅਸੀਂ ਕਿਸੇ ਜਗ੍ਹਾ ਜਾ ਕੇ ਆਪਦੀ ਆਵਾਜ਼ ਬੁਲੰਦ ਕਰਾਂਗੇ, ਸਿੰਬੋਲਿਕਲੀ ਨਿਸ਼ਾਨ ਸਾਹਿਬ ਤੇ ਕਿਸਾਨੀ ਦਾ ਝੰਡਾ ਲਾਵਾਂਗੇ। ਔਰ ਤਿਰੰਗਾ ਦਾ ਪਿੱਛੇ ਝੂਲ ਰਿਹਾ, ਇੱਥੇ ਸਾਡੇ ਪੰਥ ਮਹਾਰਾਜ ਦੇ ਨਿਸ਼ਾਨ ਝੂਲ ਰਹੇ ਆ, ਕਿਉਂਕਿ ਸਾਡੇ ਮੋਰਚੇ 'ਚ ਦੇਖ ਲਓ ਤੁਸੀਂ, ਨਿਸ਼ਾਨ ਸਾਹਿਬ ਤੇ ਕਿਸਾਨੀ ਦੇ ਝੰਡੇ ਹੀ ਆ ਨਾ, ਹੋਰ ਤਾਂ ਸਾਡੇ ਕੋਲੇ ਕੁਝ ਨਹੀਂ ਆ। ਸੋ ਆਪਾਂ ਕੋਈ ਹਿੰਸਾ ਨਹੀਂ ਕੀਤੀ, ਕਿਸੇ ਨੂੰ ਨਹੀਂ ਭੜਕਾਇਆ। ਅਸੀਂ ਕਿਹੜਾ ਕਿਸੇ ਨੂੰ ਮਾਰਨ ਗਏ ਸੀ? ਸਾਡੇ ਖਾਲੀ ਹੱਥ ਸੀ, ਹੱਥਾਂ 'ਚ ਝੰਡੇ ਸੀ ਤੇ ਟਰੈਕਟਰਾਂ ਤੇ ਕਾਰਾਂ ਤੇ ਅਸੀਂ ਗਏ ਆ। ਹੁਣ ਤੁਸੀਂ ਦੇਖੋ, ਇਹਨੂੰ ਹਿੰਸਕ ਕਹੋਗੇ। ਮੈਂ ਕਿੱਦੇ ਦਾ ਇੱਕ ਗੱਲ ਕਹੀ ਜਾਣਾ। ਹਾਂਜੀ, ਬਾਕੀ ਅਸੀਂ ਜਾਬਤੇ 'ਚ ਰਹੇ ਆ, ਕਿਸੇ ਨੂੰ ਕਿਸੇ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਨਹੀਂ ਪਹੁੰਚਾਇਆ। ਜੇ ਸਾਡੇ ਤੇ ਅੱਗੋਂ ਉਹਨਾਂ ਨੇ ਕੋਈ ਲਾਠੀ ਚਾਰਜ ਕੀਤਾ ਜਾਂ ਹਮਲਾ ਕੀਤਾ, ਉਹਦਾ ਮਾੜਾ ਮੋਟਾ ਕਿਸੇ ਨੇ ਜਵਾਬ ਦਿੱਤਾ, ਪਰ ਕੋਈ ਪਬਲਿਕ ਪ੍ਰਾਪਰਟੀ ਨੂੰ, ਕਿਸੇ ਪੁਲਿਸ ਫੋਰਸ ਨੂੰ ਅਸੀਂ ਨੁਕਸਾਨ ਨਹੀਂ ਪਹੁੰਚਾਇਆ। ਕਿਤੇ ਹੋਰ ਛੋਟੀ ਮੋਟੀ ਘਟਨਾ ਕੋਈ ਹੋ ਗਈ ਹੋਵੇ, ਆਪਸੀ ਬਹਿਸਬਾਜ਼ੀ ਹੋ ਗਈ ਹੋਵੇ, ਉਹਦੇ ਲਈ ਵੀ ਅਸੀਂ ਇਹ ਕਹਿੰਦੇ ਆ ਵੀ ਐਡੇ ਵੱਡੇ ਅੰਦੋਲਨ 'ਚ ਕਈ ਵਾਰੀ ਆਪਸੀ ਇਹ ਗੱਲ ਵਾਪਰ ਜਾਂਦੀ ਆ। ਪਰ ਓਵਰਆਲ ਤੁਸੀਂ ਦੇਖ ਲਓ, ਕੋਈ ਕਿਸੇ ਲੁੱਟ ਖਸੁੱਟ 'ਚ ਨਹੀਂ ਪਏ, ਕਿਸੇ ਪ੍ਰਾਪਰਟੀ ਨੂੰ, ਕਿਸੇ ਵਿਅਕਤੀ ਨੂੰ ਨੁਕਸਾਨ ਨਹੀਂ ਪਹੁੰਚਾਇਆ। ਉੱਥੇ ਜਾ ਕੇ ਅਸੀਂ ਸਿੰਬੋਲਿਕਲੀ ਇੱਕ ਆਪਦਾ ਰੋਸ ਦਰਜ ਕੀਤਾ। ਇੰਨੀ ਕੁ ਗੱਲ ਸੀ। ਇੱਥੇ ਕੋਈ ਭੜਕਾ ਕੇ ਨਹੀਂ ਲੈ ਕੇ ਗਿਆ, ਕੱਲਾ ਦੀਪ ਸਿੱਧੂ ਨਹੀਂ ਸੀ, ਉੱਥੇ ਲੱਖਾਂ ਲੋਕ ਸੀ। ਤੁਸੀਂ ਜੇ ਸੰਘਰਸ਼ਾਂ ਨੂੰ ਇੰਨੀ ਤੰਗ ਨਜ਼ਰੀ ਨਾਲ ਦੇਖਣ ਲੱਗ ਜਾਓਗੇ ਵੀ ਦੀਪ ਸਿੱਧੂ ਭੜਕਾ ਕੇ ਲੈ ਗਿਆ, ਤਾਂ ਮੈਨੂੰ ਲੱਗਦਾ ਫਿਰ ਇਹ ਸਾਡੇ ਲਈ ਕੋਈ ਬਾਹਲੀ ਵਧੀਆ ਗੱਲ ਨਹੀਂ ਆ। ਫਿਰ ਤਾਂ ਇਤਿਹਾਸ ਤੋਂ ਅਸੀਂ ਕੁਝ ਵੀ ਨਹੀਂ ਸਿੱਖਿਆ, ਅੱਜ ਤੱਕ ਇਤਿਹਾਸ ਤੋਂ ਕੁਝ ਵੀ ਨਹੀਂ ਸਿੱਖਿਆ। ਸੋ ਮੈਂ ਬੇਨਤੀ ਕਰਦਾ ਸਾਡੇ ਜਿਹੜੇ ਸਾਰੇ ਸੰਘਰਸ਼ੀ ਬੰਦੇ ਆ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਹੁਣ ਖਾਸ ਕਰਕੇ ਵੀ ਤੁਸੀਂ ਬੜਾ ਕੁਝ ਮੇਰੇ ਖਿਲਾਫ ਬੋਲ ਰਹੇ ਹੋ, ਤੁਸੀਂ ਬੜਾ ਕੁਝ ਇਹ ਪ੍ਰਚਾਰ ਕਰ ਰਹੇ ਹੋ ਵੀ ਦੀਪ ਸਿੱਧੂ ਗਦਾਰ ਆ, ਦੀਪ ਸਿੱਧੂ ਬੀਜੇਪੀ ਦਾ ਬੰਦਾ, ਦੀਪ ਸਿੱਧੂ ਆਰਐਸਐਸ ਦਾ ਬੰਦਾ। ਇੱਕ ਗੱਲ ਸੋਚੋ, ਤੁਸੀਂ ਸੰਗਤ ਦੇ ਜਿਹੜੇ ਸੈਂਟੀਮੈਂਟ ਸੀ ਨਹੀਂ ਅੱਜ ਤੱਕ ਸਮਝੇ, ਤੇ ਤੁਸੀਂ ਵੀ ਉਹੀ ਗੱਲ ਕਰ ਰਹੇ ਹੋ ਜੋ ਸਰਕਾਰ ਗੱਲ ਕਰਦੀ ਆ ਵੀ ਇਹ ਸ਼ਰਾਰਤੀ ਅਨਸਰ ਆ, ਇਹਨਾਂ ਲੋਕਾਂ ਨੂੰ ਸ਼ਰਾਰਤੀ ਅਨਸਰ ਕਹਿ ਦੇਣਾ, ਇਹਨਾਂ ਨੂੰ ਅੱਤਵਾਦੀ ਕਹਿ ਦੇਣਾ। ਇੱਥੇ ਸਾਰੇ ਕਿਸਾਨ ਆ, ਸਾਰੇ ਆਪਦੇ ਇੱਕ ਜਾਬਤੇ 'ਚ ਰਹਿ ਕੇ ਪੀਸਫੁਲ ਰੋਸ ਜਤਾਉਣ ਗਏ ਸੀ। ਕੋਈ ਸ਼ਰਾਰਤੀ ਅਨਸਰ ਨਹੀਂ ਆ। ਇੱਕ ਬਹਾਓ ਹੁੰਦਾ ਅੰਦੋਲਨ ਦਾ, ਉਸ ਬਹਾਓ 'ਚ ਜਾ ਕੇ ਸੰਗਤ ਨੇ ਆਪ ਮੁਹਾਰੇ ਜੋ ਕੀਤਾ ਉਹ ਕੀਤਾ, ਕਿਉਂਕਿ ਸਾਡੀ ਲੀਡਰਸ਼ਿਪ ਜਿਵੇਂ ਸਰਕਾਰ ਨਹੀਂ ਸਮਝਦੀ, ਉਵੇਂ ਸਾਡੀ ਲੀਡਰਸ਼ਿਪ ਵੀ ਜਿਹੜੇ ਜੈਨੂਇਨ ਸੈਂਟੀਮੈਂਟਸ ਆ ਸੰਗਤ ਦੇ, ਉਹਨੂੰ ਨਹੀਂ ਸਮਝਦੀ। ਜੇ ਸਮਝਦੀ ਹੁੰਦੀ ਤਾਂ ਕੱਲ ਰਾਤ ਨੂੰ ਸਾਰਿਆਂ ਨਾਲ ਬੈਠ ਕੇ ਮੀਟਿੰਗ ਕਰਕੇ ਇੱਕ ਸਾਂਝਾ ਫੈਸਲਾ ਲਿਆ ਜਾਂਦਾ। ਮੇਰੀਆਂ ਕੱਲ ਤੱਕ ਦੀਆਂ ਪੋਸਟਾਂ ਦੇਖ ਲਓ, ਤੇ ਮੈਂ ਹੁਣ ਵੀ ਕਹਿ ਰਿਹਾ ਵੀ ਅਸੀਂ ਏਕੇ 'ਚ ਰਹੀਏ। ਅਸੀਂ ਅੰਦੋਲਨ ਨੂੰ ਬਰਬਾਦ ਜਾਂ ਇਹਨੂੰ ਕਹਿ ਲਓ ਵੀ ਅਸੀਂ ਇਹਨੂੰ ਕਿਸੇ ਢੰਗ ਨਾਲ ਖਰਾਬ ਨਾ ਕਰ ਲਈਏ, ਇੱਕ ਦੂਜੇ ਤੇ ਦੂਸ਼ਣਬਾਜ਼ੀ ਨਾ ਲਾਓ। ਅਸੀਂ ਏਕੇ 'ਚ ਰਹੀਏ, ਜਾਬਤੇ 'ਚ ਰਹੀਏ। ਕੋਈ ਨਹੀਂ, ਜੋ ਹੁਣ ਮੇਰੇ ਨਾਲ ਹੋਊ ਅਕਾਲ ਪੁਰਖ ਵਾਹਿਗੁਰੂ ਉਹ ਆਪੇ ਭਲੀ ਕਰੂਗਾ, ਮੈਂ ਨਜਿੱਠੂਗਾ। ਸੋ ਬਾਕੀ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ, ਏਕੇ 'ਚ ਰਹੋ,
ਉਸ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖੋ। ਜੋ ਉਹਨੇ ਕੀਤਾ ਠੀਕ ਕੀਤਾ, ਜੋ ਉਹ ਕਰੂਗਾ ਠੀਕ ਹੀ ਕਰੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।